ਮੋਦੀ ਸਾਹਿਬ ਕਹਿੰਦੇ ਨੇ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਵਰਗਲਾਇਆ ਜਾ ਰਿਹਾ, ਉਹਨਾਂ ਨੂੰ ਅਸਲੀ ਤਸਵੀਰਾਂ ਨਹੀਂ ਦਿਖਾਈਆਂ ਜਾ ਰਹੀਆਂ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰਾਜਨੀਤੀ ਦੇ ਵਿੱਚ ਫਸਾ ਕੇ ਮੂਰਖ ਬਣਾਇਆ ਜਾ ਰਿਹਾ। ਜੇ ਇਸ ਬਿੱਲ ਨੂੰ ਦੇਖਿਆ ਜਾਏ, ਜਿਹਦੀ ਕਾਪੀ ਮੇਰੇ ਕੋਲ ਹੈ, ਉਹਦੇ ਵਿੱਚ ਦੇਖਿਆ ਜਾਏ ਇਹ ਇੱਕ ਝੂਠ ਦਾ ਪਲੰਦਾ ਹੀ ਨਹੀਂ, ਇਹ ਇੱਕ ਬੁੱਚੜਖਾਨਾ ਹੈ। ਤਾਂ ਇਹ ਮੋਦੀ ਸਰਕਾਰ ਨੇ ਕਿਹੜਾ ਕੱਦੂਈ ਤੀਰ ਮਾਰਿਆ ਜਿਹਨੂੰ ਅਸੀਂ ਇਹ ਕਹੀਏ ਵੀ ਇਹ ਕਿਸਾਨਾਂ ਦੇ ਭਲੇ ਦੀ ਗੱਲ ਹੈ। ਬਿਲਕੁਲ ਭਲੇ ਦੀ ਗੱਲ ਨਹੀਂ। ਜਿਹੜੇ ਨੌਜਵਾਨਾਂ ਨੇ ਇਹ ਗੱਲ ਕਹੀ ਹੈ ਘਰ ਘਰ ਪਿੰਡਰਾਂ ਵਾਲੇ ਜੰਮਣਗੇ, ਇਹ ਪਿੰਡਰਾਂ ਵਾਲੇ ਘਰ ਘਰ ਨਹੀਂ ਜੰਮਣੇ, ਇਸ ਸਰਕਾਰ ਨੇ ਜਮਾ ਦੇਣੇ ਨੇ। ਅਸੀਂ ਬਾਹਰ ਜਦੋਂ ਮਿਲੇ ਲੋਕਾਂ ਨੂੰ, ਉਹ ਇਹ ਕਹਿੰਦੇ ਪਏ ਸੀਗੇ ਮੋਦੀ ਸਾਹਿਬ ਆਪਣੇ ਯਾਰਾਂ ਦੋਸਤਾਂ ਨੂੰ ਬੜਾ ਖੁਸ਼ ਕਰਨ ਦੇ ਲਈ ਇਸ ਚੀਜ਼ ਨੂੰ ਬਦਲਾਵ ਇਸ ਦੇ ਵਿੱਚ ਲੈ ਕੇ ਆਉਂਦੇ ਪਏ ਨੇ। ਲੇਕਿਨ ਭਾਜਪਾ ਇੱਕ ਪਾਸੇ ਇਹ ਵੀ ਕਹਿੰਦੀ ਹੈਗੀ ਹੈ, ਨਰਿੰਦਰ ਸਿੰਘ ਤੋਮਰ ਜਦੋਂ ਲੋਕ ਸਭਾ ਦੇ ਵਿੱਚ ਬੋਲਦੇ ਨੇ, ਉਹ ਇਸ ਚੀਜ਼ ਦੇ ਬਾਰੇ ਦੱਸਦੇ ਨੇ ਕਿ ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਬਦਲਾਵ ਜਿਹੜੇ ਹੈਗੇ ਨੇ 2019 ਦੇ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਵੀ ਸੀਗੇ। ਤੇ ਫਿਰ ਇਹਨਾਂ ਨੇ ਕੀ ਵਿਕਾਸ ਲਿਆਂਦਾ ਜਾਂ ਬਦਲਾਅ ਲਿਆਂਦਾ? ਜੇ ਕਾਂਗਰਸ ਦੀਆਂ ਨੀਤੀਆਂ ਨੂੰ ਇਹਨਾਂ ਨੇ ਫਾਲੋ ਕਰਨਾ ਸੀ, ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ। ਅਕਾਲੀ ਦਲ ਕਹਿੰਦਾ ਹੈ ਕਿ ਉਹਨਾਂ ਨੂੰ ਆਰਡੀਨੈਂਸ ਬਾਰੇ ਜਾਣਕਾਰੀ ਨਹੀਂ ਸੀਗੀ, ਲੇਕਿਨ ਦੂਜੇ ਪਾਸੇ ਦੇਖਿਆ ਜਾਵੇ ਤਾਂ ਕਿਹਾ ਇਹ ਵੀ ਜਾਂਦਾ ਹੈ ਕਿ ਨਰਿੰਦਰ ਮੋਦੀ ਜਿਹੜੇ ਹੈਗੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪੈਰਾਂ ਨੂੰ ਹੱਥ ਵੀ ਲਾਉਂਦੇ ਨੇ, ਉਹਨਾਂ ਨੂੰ ਆਪਣਾ ਰਾਜਨੀਤਿਕ ਗੁਰੂ ਵੀ ਮੰਨਦੇ ਹੈਗੇ ਨੇ। ਰਾਜਾ ਨੇ ਕਹਾ ਰਾਤ ਹੈ ਜਦੋਂ ਦਿਨ ਹੈ, ਵਜ਼ੀਰ ਨੇ ਵੀ ਕਹਾ ਰਾਤ ਹੈ ਜਦੋਂ ਦਿਨ ਹੈ, ਕੋਰਟ ਨੇ ਵੀ ਕਹਾ ਰਾਤ ਹੈ ਜਦੋਂ ਦਿਨ ਹੈ। ਇਸ ਲਈ ਮੈਂ ਇਹ ਜ਼ਿਕਰ ਕੀਤਾ ਹੈ ਵੀ ਇਹ ਅਦਬ ਕੀ ਬਾਤ ਹੈ ਜਾਂ ਗਜ਼ਬ ਕੀ ਬਾਤ ਹੈ। ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ ਜਿਹੜਾ ਇਸ ਵੇਲੇ ਮੋਦੀ ਸਰਕਾਰ ਦੇ ਉੱਤੇ ਬਿਲਕੁਲ ਢੁਕਵਾਂ ਹੈ। ਇਹ ਦੁਨੀਆ ਮੰਨੇ ਜ਼ੋਰਾਂ ਨੂੰ, ਲੱਖ ਲਾਨਤ ਹੈ ਕਮਜ਼ੋਰਾਂ ਨੂੰ। ਇਹ ਸ਼ਾਇਰੀ ਰਾਜ ਸਭਾ ਦੇ ਵਿੱਚ ਨਰੇਸ਼ ਗੁਜਰਾਲ ਹੋਰਾਂ ਨੇ ਸੁਣਾਈ। ਅਸੀਂ ਜਦੋਂ ਕੱਲ ਫੀਲਡ ਤੇ ਸੀਗੇ, ਉੱਥੋਂ ਦੇ ਨੌਜਵਾਨਾਂ ਨਾਲ ਜਦੋਂ ਗੱਲ ਕੀਤੀ ਆਰਡੀਨੈਂਸਾਂ ਬਾਰੇ, ਨਵੇਂ ਜਿਹੜੇ ਕਾਨੂੰਨ ਬਣਨ ਜਾ ਰਹੇ ਨੇ ਉਹਨਾਂ ਬਾਰੇ, ਤੇ ਉਹਨਾਂ ਨੌਜਵਾਨਾਂ ਨੇ ਕਿਹਾ ਕਿ ਸਰਕਾਰਾਂ ਘਰ ਘਰ ਪਿੰਡਰਾਂ ਵਾਲੇ ਨੂੰ ਜਨਮ ਦੇਣਗੀਆਂ। ਇਸ ਮੌਕੇ 'ਤੇ ਮੈਂ ਪਹੁੰਚਿਆ ਹੋਇਆ ਸੀਨੀਅਰ ਐਡਵੋਕੇਟ ਜਗਮੋਹਨ ਸਿੰਘ ਭੱਟੀ ਹੋਰਾਂ ਦੇ ਕੋਲ। ਆਰਡੀਨੈਂਸ ਬਾਰੇ ਜਾਣਕਾਰੀ ਲੈਂਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਸਕਦੀ ਹੈ ਸਰਕਾਰ। ਸਰ ਬਹੁਤ ਬਹੁਤ ਖੈਰ ਮਕਦਮ ਹੈ ਰੋਜ਼ਾਨਾ ਸਪੋਕਸਮੈਨ 'ਤੇ। ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਹੈ, ਉਹਨਾਂ ਨਾਲ ਮੈਨੂੰ ਰੂਬਰੂ ਹੋਣ ਦਾ ਲੰਕੇਸ਼ੀ ਨਾਲ ਮੌਕਾ ਦਿੱਤਾ ਹੈ, ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਦੇਸ਼ ਦੇ ਹਿੱਤ ਵਿੱਚ ਜਿਹੜੇ ਮੇਰੇ ਮਨ ਵਿੱਚ ਵਲਵਲੇ ਖਿਆਲ ਉਬਾਲ ਸੀਗੇ, ਉਹਨਾਂ ਨੂੰ ਦੇਸ਼ ਦੇ ਲੋਕਾਂ ਲਈ, ਦੇਸ਼ ਦੇ ਲੋਕਾਂ ਦੀ ਆਵਾਜ਼ ਬਣ ਕੇ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਇੱਕ ਯਤਨ ਕਰਨ ਦਾ ਮੌਕਾ ਦਿੱਤਾ। ਮੈਂ ਧੰਨਵਾਦੀ ਹਾਂ ਸਪੋਕਸਮੈਨ ਟੀਵੀ ਦਾ। ਮੋਦੀ ਸਾਹਿਬ ਕਹਿੰਦੇ ਨੇ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਵਰਗਲਾਇਆ ਜਾ ਰਿਹਾ, ਉਹਨਾਂ ਨੂੰ ਅਸਲੀ ਤਸਵੀਰਾਂ ਨਹੀਂ ਦਿਖਾਈਆਂ ਜਾ ਰਹੀਆਂ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰਾਜਨੀਤੀ ਦੇ ਵਿੱਚ ਫਸਾ ਕੇ ਮੂਰਖ ਬਣਾਇਆ ਜਾ ਰਿਹਾ। ਬਿਲਕੁਲ ਗਲਤ। ਭਾਰਤੀ ਸੰਵਿਧਾਨ ਦੇ ਵਿੱਚ ਆਰਟੀਕਲ 19 ਜਿਹੜਾ ਹੈ ਉਹ ਕਹਿੰਦਾ ਫ੍ਰੀ ਟ੍ਰੇਡ। ਫ੍ਰੀ ਟ੍ਰੇਡ ਦਾ ਮੀਨਿੰਗ ਕੀ ਹੁੰਦਾ? ਜੇ ਇਸ ਬਿੱਲ ਨੂੰ ਦੇਖਿਆ ਜਾਏ, ਜਿਹਦੀ ਕਾਪੀ ਮੇਰੇ ਕੋਲ ਹੈ, ਉਹਦੇ ਵਿੱਚ ਦੇਖਿਆ ਜਾਏ ਇਹ ਇੱਕ ਝੂਠ ਦਾ ਪਲੰਦਾ ਹੀ ਨਹੀਂ, ਇਹ ਇੱਕ ਬੁੱਚੜਖਾਨਾ ਹੈ ਆਪਣੇ ਆਪ ਵਿੱਚ। ਜੇ ਇਹਨੂੰ ਇਹ ਕਿਹਾ ਜਾਏ, ਜੇ ਇਹ ਆਪਣੇ ਆਪ ਵਿੱਚ ਬੁੱਚੜਖਾਨਾ ਹੈ, ਤੇ ਭਾਰਤੀ ਸੰਵਿਧਾਨ ਦੇ ਵਿੱਚ ਆਲਰੇਡੀ ਉਹ ਚੀਜ਼ ਐਗਜ਼ਿਸਟ ਕਰਦੀ ਹੈ। ਜਿਹੜੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਸੀ, ਜਿਹੜੀ ਸੰਵਿਧਾਨ ਘੜਨੀ ਜਿਹੜੀ ਅਸੈਂਬਲੀ ਸੀਗੀ, ਉਹਨਾਂ ਨੇ ਇਸ ਚੀਜ਼ ਨੂੰ ਸੋਚ ਕੇ ਵਿਚਾਰ ਕੇ ਕੀਤਾ। ਤਾਂ ਇਹ ਮੋਦੀ ਸਰਕਾਰ ਨੇ ਕਿਹੜਾ ਕੱਦੂਈ ਤੀਰ ਮਾਰਿਆ ਜਿਹਨੂੰ ਅਸੀਂ ਇਹ ਕਹੀਏ ਵੀ ਇਹ ਕਿਸਾਨਾਂ ਦੇ ਭਲੇ ਦੀ ਗੱਲ ਹੈ। ਬਿਲਕੁਲ ਭਲੇ ਦੀ ਗੱਲ ਨਹੀਂ। ਜਿਹੜੇ ਨੌਜਵਾਨਾਂ ਨੇ ਇਹ ਗੱਲ ਕਹੀ ਹੈ ਘਰ ਘਰ ਪਿੰਡਰਾਂ ਵਾਲੇ ਜੰਮਣਗੇ, ਇਹ ਪਿੰਡਰਾਂ ਵਾਲੇ ਘਰ ਘਰ ਨਹੀਂ ਜੰਮਣੇ, ਇਸ ਸਰਕਾਰ ਨੇ ਜਮਾ ਦੇਣੇ ਨੇ। ਇਹ ਧੱਕੇ ਨਾਲ ਜਮਾਨੇ ਨੇ। ਇਸ ਸਰਕਾਰ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਜਾਣਾ ਬਣਦਾ ਹੈ ਔਰ ਇਹ ਜ਼ਰੂਰੀ ਹੈ। ਕਿਸਾਨ ਜਿਹੜੇ ਨੇ ਇਕੱਠੇ ਹੋ ਕੇ ਆਪਣੇ ਆਪ ਦੇ ਵਿੱਚ ਮੁੱਲ ਤੈਅ ਕਰਨ, ਸਰਕਾਰ ਦੇ ਹੱਥਾਂ ਵੱਲ ਨਾ ਦੇਖਣ। ਸਰਕਾਰ ਨੇ ਕਿਸੇ ਨੂੰ ਕੁਛ ਨਹੀਂ ਜੇ ਦੇਣਾ। ਇਹ ਸਰਕਾਰ ਦੇ ਜਿਹੜਾ ਇੱਕ ਵਿਧਾਨ ਘੜਨੀ ਹੈ ਇਹਨਾਂ ਦੀ, ਇਹ ਇੰਨੀ ਕੁ ਫੇਲ ਹੋ ਗਈ ਹੈ ਕਿ ਜੇ ਇਹ ਸਮਝਿਆ ਜਾਏ ਵੀ ਇਹ ਬਿੱਲ ਨੂੰ ਪੜ੍ਹਨ ਤੋਂ ਬਾਅਦ ਇਹ ਲੱਗਦਾ ਹੈ ਵੀ ਇਹ ਇਹਨਾਂ ਦੀ ਬੈਂਕਰਪਸੀ ਹੈ, ਜਿਹਨੂੰ ਕਹਿ ਸਕਦੇ ਹਾਂ ਇਹਨਾਂ ਦਾ ਮਾਨਸਿਕ ਦਿਵਾਲੀਆਪਨ, ਤਾਂ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਕਿਹਾ ਜਾਂਦਾ ਹੈ ਕਿ ਅਸੀਂ ਬਾਹਰ ਜਦੋਂ ਮਿਲੇ ਲੋਕਾਂ ਨੂੰ, ਉਹ ਇਹ ਕਹਿੰਦੇ ਪਏ ਸੀਗੇ ਮੋਦੀ ਸਾਹਿਬ ਆਪਣੇ ਯਾਰਾਂ ਦੋਸਤਾਂ ਨੂੰ ਬੜਾ ਖੁਸ਼ ਕਰਨ ਦੇ ਲਈ ਇਸ ਚੀਜ਼ ਨੂੰ ਬਦਲਾਵ ਇਸ ਦੇ ਵਿੱਚ ਲੈ ਕੇ ਆਉਂਦੇ ਪਏ ਨੇ। ਲੇਕਿਨ ਭਾਜਪਾ ਇੱਕ ਪਾਸੇ ਇਹ ਵੀ ਕਹਿੰਦੀ ਹੈਗੀ ਹੈ, ਨਰਿੰਦਰ ਸਿੰਘ ਤੋਮਰ ਜਦੋਂ ਲੋਕ ਸਭਾ ਦੇ ਵਿੱਚ ਬੋਲਦੇ ਨੇ, ਉਹ ਇਸ ਚੀਜ਼ ਦੇ ਬਾਰੇ ਦੱਸਦੇ ਨੇ ਕਿ ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਬਦਲਾਵ ਜਿਹੜੇ ਹੈਗੇ ਨੇ 2019 ਦੇ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਵੀ ਸੀਗੇ। ਤੇ ਫਿਰ ਇਹਨਾਂ ਨੇ ਕੀ ਵਿਕਾਸ ਲਿਆਂਦਾ ਜਾਂ ਬਦਲਾਅ ਲਿਆਂਦਾ? ਜੇ ਕਾਂਗਰਸ ਦੀਆਂ ਨੀਤੀਆਂ ਨੂੰ ਹੀ ਇਹਨਾਂ ਨੇ ਫਾਲੋ ਕਰਨਾ ਸੀ, ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ।
ਅਗਰ ਜੇ ਮੈਂ ਇੱਥੇ ਇਹ ਗੱਲ ਕਹਾਂ ਵੀ ਨਰਿੰਦਰ ਸਿੰਘ ਤੋਮਰ ਨੇ ਕੋਈ ਆਪਣੀ ਜਿਹੜੀ ਓਰੀਜਨਲ ਥਾਟ ਹੈ ਉਸ ਨੂੰ ਕੋਈ ਇੱਕ ਜਨਮ ਨਹੀਂ ਦਿੱਤਾ, ਜਾਂ ਜਿਹੜੀ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਜਦੋਂ ਪੇਸ਼ ਹੋਇਆ ਉਹਦੇ ਵਿੱਚ ਇਸ ਦੀ ਜ਼ਰਾ ਠੀਕ ਤਰ੍ਹਾਂ ਨਹੀਂ ਹੋਈ, ਤਾਂ ਇਹਦੇ ਵਿੱਚ ਗਲਤ ਗੱਲ ਨਹੀਂ। ਅਗਰ ਇੱਥੇ ਇਹ ਦੇਖਿਆ ਜਾਏ, ਰਾਜਾ ਨੇ ਕਹਾ ਰਾਤ ਹੈ, वजीर ने भी कहा रात है, कोर्ट ने भी कहा रात है। ये अजब की बात है या गजब की बात है, ये लोग अपने आप तो खुद अंदाज़ा ला ਲੈਣ। ਅਕਾਲੀ ਦਲ ਕਹਿੰਦਾ ਹੈ ਕਿ ਉਹਨਾਂ ਨੂੰ ਆਰਡੀਨੈਂਸ ਬਾਰੇ ਜਾਣਕਾਰੀ ਨਹੀਂ ਸੀਗੀ, ਲੇਕਿਨ ਦੂਜੇ ਪਾਸੇ ਦੇਖਿਆ ਜਾਵੇ ਤਾਂ ਕਿਹਾ ਇਹ ਵੀ ਜਾਂਦਾ ਹੈ ਕਿ ਨਰਿੰਦਰ ਮੋਦੀ ਜਿਹੜੇ ਹੈਗੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪੈਰਾਂ ਨੂੰ ਹੱਥ ਵੀ ਲਾਉਂਦੇ ਨੇ, ਉਹਨਾਂ ਨੂੰ ਆਪਣਾ ਰਾਜਨੀਤਿਕ ਗੁਰੂ ਵੀ ਮੰਨਦੇ ਹੈਗੇ ਨੇ। ਦੇਖੋ ਇੱਥੇ ਇੱਕ ਗੱਲ ਮੈਂ ਹੋਰ ਕਹਾਂਗਾ, ਰਾਜਾ ਨੇ ਕਹਾ ਰਾਤ ਹੈ ਜਦੋਂ ਦਿਨ ਹੈ, ਵਜ਼ੀਰ ਨੇ ਵੀ ਕਹਾ ਰਾਤ ਹੈ ਜਦੋਂ ਦਿਨ ਹੈ, ਕੋਰਟ ਨੇ ਵੀ ਕਹਾ ਰਾਤ ਹੈ ਜਦੋਂ ਦਿਨ ਹੈ। ਇਸ ਲਈ ਮੈਂ ਇਹ ਜ਼ਿਕਰ ਕੀਤਾ ਵੀ ਇਹ ਅਦਬ ਕੀ ਬਾਤ ਹੈ ਜਾਂ ਗਜ਼ਬ ਕੀ ਬਾਤ ਹੈ। ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ ਜਿਹੜਾ ਇਸ ਵੇਲੇ ਮੋਦੀ ਸਰਕਾਰ ਦੇ ਉੱਤੇ ਬਿਲਕੁਲ ਢੁਕਵਾਂ ਹੈ, ਕਿਉਂਕਿ ਇਸ ਸਿਸਟਮ ਨੂੰ ਮੋਦੀ ਸਰਕਾਰ ਨੇ 75 ਦੀ ਅਨਡਿਕਲੇਅਰਡ ਐਮਰਜੈਂਸੀ, ਉਦੋਂ ਡਿਕਲੇਅਰਡ ਐਮਰਜੈਂਸੀ ਸੀ, ਲੋਕਾਂ ਨੂੰ ਪਤਾ ਸੀ, ਹੁਣ ਅਨਡਿਕਲੇਅਰਡ ਐਮਰਜੈਂਸੀ ਲਗਾ ਕੇ ਇਹ ਇੱਕ ਕੋਈ ਚੰਗਾ ਕੰਮ ਨਹੀਂ ਕੀਤਾ ਭਾਰਤ ਦੇ ਹਿੱਤ ਵਿੱਚ, ਭਾਰਤ ਦੇ ਵਿਕਾਸ ਵਿੱਚ, ਭਾਰਤ ਦੇ ਲੋਕਾਂ ਵਿੱਚ ਦੇ ਲਈ ਜਾਂ ਕਿਸਾਨਾਂ ਦੇ ਹਿੱਤਾਂ ਲਈ ਕੋਈ ਕੰਮ ਨਹੀਂ ਕੀਤਾ। ਮੈਂ ਇੱਥੇ ਪੰਜਾਬ ਦੇ ਨਹੀਂ, ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਹ ਇੱਕ ਸੱਦਾ ਦੇਣਾ, ਇੱਕ ਬੇਨਤੀ ਕਰਦਾ ਵੀ ਤੁਸੀਂ ਆਪਣੀ ਇੱਕ ਪੋਲੀਟੀਕਲ ਪਾਰਟੀ ਬਣਾਓ, ਤੁਹਾਡੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਤੁਸੀਂ ਆਪਣੇ ਜਿਹੜੇ ਮੁੱਲ ਨੇ ਆਪਣੀ ਜਿੰਸ ਦੇ ਕਿੱਥੇ ਵੇਚਣੀ ਹੈ, ਕਿੱਥੇ ਖਰੀਦਣੀ ਹੈ, ਕੀ ਮੁੱਲ ਤੈਅ ਕਰਨਾ ਹੈ, ਤੁਸੀਂ ਇਸ ਚੀਜ਼ ਨੂੰ ਤੁਸੀਂ ਖੁਦ ਦੇਖੋ, ਵਿਚਾਰੋ, ਸੋਚੋ, ਸਮਝੋ। ਕਿਸਾਨ ਜਿਹੜਾ ਹੈ ਹੱਥਾਂ ਵੱਲ ਨਾ ਦੇਖੇ ਸਰਕਾਰ ਦੇ, ਤਾਂ ਇਹ ਜ਼ਿਆਦਾ ਬਿਹਤਰ ਰਹੇਗਾ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਰਾਜ ਸਭਾ ਦੇ ਵਿੱਚ ਕਿ ਸਰਕਾਰ ਕਹਿੰਦੀ ਕਿ ਅਸੀਂ ਕਿਸਾਨਾਂ ਦਾ ਫਾਇਦਾ ਕਰਨ ਚੱਲੇ ਹੈਗੇ, ਲੇਕਿਨ ਪ੍ਰਤਾਪ ਸਿੰਘ ਬਾਜਵਾ ਨਾਲ ਦੀ ਨਾਲ ਇਹ ਵੀ ਕਹਿ ਦਿੰਦੇ ਨੇ ਕਿ ਕਿਸਾਨ ਕਹਿੰਦੇ ਨੇ ਸਾਨੂੰ ਤੁਹਾਡਾ ਫਾਇਦਾ ਨਹੀਂ ਚਾਹੀਦਾ, ਹੱਥ ਜੋੜ ਕੇ ਬੇਨਤੀ ਹੈ ਸਾਨੂੰ ਇਹੋ ਜਿਹਾ ਫਾਇਦਾ ਨਾ ਦਿਓ। ਇਹ ਇੱਕ ਬੜੀ ਮੰਦਭਾਗੀ ਘਟਨਾ ਕਿਸਾਨਾਂ ਦੇ ਵਿੱਚ ਅਤੇ ਸਰਕਾਰ ਦੇ ਵਿੱਚ ਅਤੇ ਪੋਲੀਟੀਸ਼ੀਅਨਾਂ ਦੇ ਵਿੱਚ ਜਿਹੜਾ ਤਕਰਾਰ ਚੱਲਿਆ, ਇਹ ਮੇਰਾ ਖਿਆਲ ਹੈ ਵੀ ਅਸੀਂ ਕ੍ਰਾਂਤੀ ਵੱਲ ਵੱਧ ਰਹੇ ਹਾਂ। ਅਗਰ ਜੇ ਕ੍ਰਾਂਤੀ ਵੱਲ ਵੱਧ ਰਹੇ ਹਾਂ, ਕ੍ਰਾਂਤੀਕਾਰੀ ਕਦਮ ਹੈ, ਅਤੇ ਮੈਂ ਆਪਣੇ ਕਿਸਾਨ ਵੀਰਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਵੀ ਸਰਕਾਰ ਨੂੰ ਦੱਸ ਦਿਓ, ਸਮੇਂ ਦੀ ਸਰਕਾਰ ਨੂੰ ਲੋਕਤੰਤਰਿਕ ਤਰੀਕੇ ਨਾਲ ਦੱਸ ਦਿਓ ਵੀ ਅਸੀਂ ਵੀ ਇੱਕ ਆਵਾਜ਼ ਰੱਖਦੇ ਹਾਂ ਔਰ ਤੁਸੀਂ ਸਾਡੀ ਆਵਾਜ਼ ਨੂੰ ਨਹੀਂ ਦਬਾ ਸਕਦੇ। ਇਹ ਸਾਡੀ ਇੱਕ ਸੰਵਿਧਾਨਕ ਗਰੰਟੀ ਹੈ ਜਿਹੜੀ ਸਾਨੂੰ ਭਾਰਤ ਦਾ ਸੰਵਿਧਾਨ ਦਿੰਦਾ। ਜਦੋਂ ਮਹਾਂਮਾਰੀ ਫੈਲੀ ਜੂਨ 5 ਨੂੰ ਅਧਿਆਦੇਸ਼ ਲੈ ਕੇ ਆਏ, ਜਿਹਦੇ ਵਿੱਚ ਖਾਸ ਤੌਰ 'ਤੇ ਪ੍ਰੈਜ਼ੀਡੈਂਟ ਜਿਹੜਾ ਹੈਗਾ ਇਸ ਚੀਜ਼ ਨੂੰ ਲਾਗੂ ਕਰ ਦਿੰਦਾ, ਜੋ ਇਹ ਆਰਡੀਨੈਂਸ ਹੈਗੇ ਨੇ ਇਹ ਲਾਗੂ ਕਰ ਦਿੱਤਾ ਗਿਆ। ਇਹਦੀ ਕੀ ਜ਼ਰੂਰਤ ਪਈ ਸੀਗੀ, ਇੰਨੀ ਕਾਹਲੀ ਕਾਹਦੀ ਸੀਗੀ? ਲੋਕ ਸਭਾ ਦੇ ਵਿੱਚ ਵੀ ਇਹਨੂੰ ਪਾਸ ਕਰ ਦਿੱਤਾ ਗਿਆ, ਰਾਜ ਸਭਾ ਦੇ ਵਿੱਚ ਵੀ ਇਹਨੂੰ ਵੌਇਸ ਵੋਟਿੰਗ ਦੇ ਥਰੂ ਪਾਸ ਕਰ ਦਿੱਤਾ ਗਿਆ। ਉਸ ਨੂੰ ਲੈ ਕੇ ਅਲੱਗ ਬਤੰਗੜ ਬਣ ਗਿਆ ਕਿ ਜਦੋਂ ਵੋਟਾਂ ਪੈ ਸਕਦੀਆਂ ਸੀਗੀਆਂ ਫਿਰ ਤੁਸੀਂ ਇਸ ਤਰ੍ਹਾਂ ਵੌਇਸ ਵੋਟ ਦੇ ਨਾਲ ਕਿਉਂ ਇਸ ਚੀਜ਼ ਨੂੰ ਕੀਤਾ? ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਹੰਗਾਮਾ ਹੁੰਦਾ ਅਤੇ ਅੱਜ 8 MPs ਜਿਹੜੇ ਹੈਗੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ। ਇਹ ਸਾਰੀ ਚੀਜ਼ ਦਾ ਖਮਿਆਜ਼ਾ ਜਿਹੜਾ ਬਿਹਾਰ ਔਰ ਯੂਪੀ ਦੀ ਜਿਹੜੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਦਿਸੇਗਾ। ਲੇਕਿਨ ਇਹ ਅੱਜ ਤੋਂ ਇਹ ਆਰਤੀ ਉਤਾਰਨੀ ਸ਼ੁਰੂ ਕਰ ਦੇਣ ਆਪਣੀਆਂ EVM ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੀ ਵੀ, ਉਹਨਾਂ ਦੀ ਬਦੌਲਤ ਅਸੀਂ ਜਿੱਤ ਜਾਈਏ। ਅਗਰ ਜੇ ਮੈਂ ਇੱਥੇ ਇੱਕ ਗੱਲ ਹੋਰ ਕਵਾਂ, ਐਡ ਕਰਾਂ, ਮੋਦੀ ਸਾਹਿਬ ਨੇ ਆਪਣੇ ਯਾਰਾਂ ਦੀ ਕਿੱਟੀ ਹੋਈ ਜਿਹੜੀ ਹੈ ਉਹਨੂੰ ਹੀ ਪ੍ਰਫੁੱਲਤ ਕੀਤਾ। ਜੀਓ ਜਿਹੜਾ ਹੈ ਇੱਕ ਨੈਟਵਰਕ ਹੈ, ਹਰ ਇੱਕ ਬੰਦੇ ਦੇ ਹੱਥ ਵਿੱਚ ਹੈ। ਉਹ ਪਹਿਲੇ ਉਹਨਾਂ ਨੇ ਕਿਵੇਂ ਵੋਦਾਫੋਨ ਕੰਪਨੀ ਨੂੰ, ਆਈਡੀਆ ਨੂੰ ਜਾਂ ਹੋਰ ਏਅਰਟੈਲ ਕੰਪਨੀਆਂ ਸੀ ਉਹਨਾਂ ਨੂੰ ਗਿਰਾਉਣ ਲਈ ਇੱਕ ਕੁਝ ਯਤਨ ਕੀਤਾ ਔਰ ਉਹਨਾਂ ਨੇ ਲੋਕਾਂ ਨੂੰ, ਫ੍ਰੀ ਯੂਜ਼ਰਸ ਨੂੰ 2-2, 3-3 ਸਾਲ, 4-4 ਸਾਲ ਉਹਨਾਂ ਨੇ ਫ੍ਰੀ ਯੂਜ਼ ਕਰਾਇਆ। ਮੋਦੀ ਸਰਕਾਰ ਨੇ ਉਹਦੇ 'ਤੇ ਤਾਂ ED ਨਹੀਂ ਚਲਾਈ। ਕਿਉਂ? ਕਿਉਂਕਿ ਉਹ ਯਾਰਾਂ ਦੀ ਕਿੱਟੀ ਸੀਗੀ। ਮੋਦੀ ਨੇ ਇਹ ਕੰਮ ਦੇ ਉੱਤੇ ਜੇ ਥੋੜ੍ਹਾ ਜਿਹਾ ਸੰਗਿਆਨ ਲਿਆ ਹੁੰਦਾ ਵੀ ਇਹ ਇੱਕ ਮਾਲ ਪ੍ਰੈਕਟਿਸ ਹੈ ਕੰਪਨੀਜ਼ ਐਕਟ ਦੇ ਵਿੱਚ, ਤਾਂ ਮੇਰਾ ਖਿਆਲ ਹੈ ਜ਼ਿਆਦਾ ਬਿਹਤਰ ਰਹਿੰਦਾ। ਇਸ ਚੀਜ਼ ਨੂੰ ਦੇਖ ਕੇ ਅਸੀਂ ਭਲੀਭਾਂਤ ਅੰਦਾਜ਼ਾ ਲਾ ਸਕਦੇ ਹਾਂ ਵੀ ਮੋਦੀ ਸਾਹਿਬ ਦੀ ਯਾਰਾਂ ਦੀ ਕਿੱਟੀ ਚੱਲਣੀ ਚਾਹੀਦੀ ਹੈ, ਦੇਸ਼ ਚੱਲੇ ਨਾ ਚੱਲੇ। ਇਹ ਆਪਣੇ ਆਪ ਵਿੱਚ ਇੱਕ ਸਵਾਲ ਹੈ ਜਿਹਦਾ ਜਵਾਬ ਲੋਕਤੰਤਰ ਦੇਵੇਗਾ। ਲੋਕ ਸਭਾ ਦੇ ਵਿੱਚ ਜਦੋਂ ਵੋਟਿੰਗ ਹੁੰਦੀ ਹੈ ਉਦੋਂ ਬਾਹਰ ਆ ਕੇ ਇਹ ਕਿਹਾ ਜਾਂਦਾ ਹੈਗਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੋਟਿੰਗ ਨਹੀਂ ਕੀਤੀ ਹੈਗੀ ਹੈ ਜਾਂ ਉਹਨਾਂ ਨੇ ਉਸ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ ਹੈ। ਲੇਕਿਨ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਖੜੇ ਹੋ ਕੇ ਕਹਿੰਦੇ ਨੇ ਕਿ ਜਦੋਂ ਵੋਟਿੰਗ ਹੋਈ ਨਹੀਂ ਜਾਂ ਵੋਟਿੰਗ ਕੀਤੀ ਨਹੀਂ ਗਈ ਤਾਂ ਫਿਰ ਸੁਖਬੀਰ ਬਾਦਲ ਨੇ ਕਿਸ ਤਰ੍ਹਾਂ ਵੋਟਿੰਗਾਂ ਕਰ ਦਿੱਤੀਆਂ ਜਾਂ ਵੋਟਿੰਗ ਕਰ ਦਿੱਤੀ ਹੈ।
ਇਸ ਨੂੰ ਲੈ ਕੇ ਜਦੋਂ ਹਰਸਿਮਰਤ ਕੌਰ ਬਾਦਲ ਦੇ ਕੋਲੋਂ ਸਵਾਲ ਕੀਤੇ ਜਾਂਦੇ ਨੇ ਤੇ ਹਰਸਿਮਰਤ ਕੌਰ ਬਾਦਲ ਸਾਫ਼ ਤੌਰ ਤੇ ਪਰਸਨਲੀ ਸ਼ਾਇਦ ਉਹਨਾਂ ਦੇ ਉੱਤੇ ਅਟੈਕ ਵੀ ਕਰਦੇ ਨੇ ਤੇ ਕਹਿੰਦੇ ਨੇ ਕਿ ਉਹ ਖੁਦ ਸ਼ਰਾਬ ਪੀਂਦੇ, ਨਸ਼ਾ ਕਰਦੇ ਨੇ ਤੇ ਉਹਨਾਂ ਦੀ ਕੰਪਲੇਂਟਾਂ ਜਿਹੜੀਆਂ ਹੈਗੀਆਂ ਨੇ ਲੋਕ ਸਭਾ ਦੇ ਵਿੱਚ ਬਹੁਤ ਸਾਰੇ ਐਮਪੀਜ਼ ਹੈਗੇ ਨੇ, ਉਹਨਾਂ ਨੇ ਚੇਅਰਪਰਸਨ ਨੂੰ ਜਾ ਕੇ ਉਹਨਾਂ ਦੀ ਕੰਪਲੇਂਟਸ ਵੀ ਕੀਤੀਆਂ। ਹਰਸਿਮਰਤ ਕੌਰ ਬਾਦਲ ਇਸ ਚੀਜ਼ ਨੂੰ ਧਿਆਨ ਕਰੇ ਕਿ ਉਹ ਇੱਕ ਪਤੀ ਪਤਨੀ ਦਲ ਬਣ ਕੇ ਰਹਿ ਚੁੱਕੇ ਨੇ, ਅਕਾਲੀ ਦਲ ਨਹੀਂ ਬਣ ਕੇ ਰਹਿ ਚੁੱਕੇ। ਪਹਿਲੀ ਚੀਜ਼ ਇਹ ਹੈ। ਦੂਜੀ ਚੀਜ਼ ਇਹ ਹੈ, ਜਦੋਂ ਕੈਬਨਿਟ ਦੀ ਮੀਟਿੰਗ ਹੋਈ ਸੀ ਇਹਨਾਂ ਵਿਸ਼ਿਆਂ 'ਤੇ ਹਰਸਿਮਰਤ ਕੌਰ ਬਾਦਲ ਨੇ ਉਸ ਦੇ ਵਿੱਚ ਪਾਰਟੀਸਪੇਟ ਕੀਤਾ ਸੀ ਜਾਂ ਨਹੀਂ ਕੀਤਾ ਸੀ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਬੀਬਾ ਜੀ ਇਸ ਚੀਜ਼ ਦਾ ਜਵਾਬ ਦੇਣ, ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਜਿਹੜਾ ਉਹਨਾਂ ਦੀ ਜਵਾਬਦੇਹੀ ਬਣਦੀ ਹੈ ਉਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ। ਇੱਕ ਚੀਜ਼ ਮੈਂ ਇੱਥੇ ਹੋਰ ਕਹਾਂਗਾ, ਮੋਦੀ ਸਾਹਿਬ ਜੇ ਦੇਖਿਆ ਜਾਏ ਕਈ ਵਾਰੀ ਟੀਵੀ ਦੇ ਵਿੱਚ ਜਾਂ ਹੋਰ ਫੋਟੋਗ੍ਰਾਫਸ ਦੇ ਵਿੱਚ, ਪ੍ਰਿੰਟ ਮੀਡੀਆ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਆਈਆਂ ਜਿਹਦੇ ਵਿੱਚ ਉਹ ਮੋਦੀ ਸਾਹਿਬ ਦੇ ਜਿਹੜੇ ਨੇ ਉਹ ਬਾਦਲ ਸਾਹਿਬ ਦੇ ਪੈਰਾਂ ਵੱਲ ਝੁਕ ਰਹੇ ਨੇ, ਉਹਨਾਂ ਨੂੰ ਸਤਿਕਾਰ ਦੇਣ ਦਾ ਯਤਨ ਕਰ ਰਹੇ ਨੇ। ਬਾਦਲ ਸਾਹਿਬ ਦੀ ਇੱਥੇ ਸਭ ਤੋਂ ਵੱਡੀ ਕਮਜ਼ੋਰੀ ਇਹ ਸੀਗੀ, ਉਹਨਾਂ ਨੇ ਮੋਦੀ ਸਾਹਿਬ ਨੂੰ ਜਾ ਕੇ ਇੰਨੀ ਗੱਲ ਕਹਿ ਦਿੰਦੇ ਵੀ ਇਹ ਕਿਸਾਨਾਂ ਦੇ ਹਿੱਤਾਂ ਵਿੱਚ ਨਹੀਂ, ਕਿਉਂਕਿ ਕਿਸਾਨ ਆਪ ਨੇ, ਬਾਦਲ ਸਾਹਿਬ ਕਿਸਾਨ ਘਰਾਣੇ ਨਾਲ ਸੰਬੰਧ ਰੱਖਦੇ ਨੇ। ਉਹਨਾਂ ਕੋਲ ਵੀ ਇੱਕ ਥੋੜ੍ਹੀ ਜਿਹੀ ਜ਼ਮੀਨ ਸੀ, ਅੱਜ ਜਿਹੜੀ ਲੱਖਾਂ ਕਰੋੜਾਂ ਰੁਪਇਆਂ ਦੀ ਬਣ ਚੁੱਕੀ ਹੈ ਔਰ ਕਿੰਨੇ 100 ਏਕੜ ਬਣ ਚੁੱਕੀ ਹੈ। ਇਸ ਚੀਜ਼ ਦਾ ਬਾਦਲ ਸਾਹਿਬ ਇੱਕ ਦੱਸ ਸਕਦੇ ਨੇ। ਉਸ ਵੇਲੇ ਬਾਦਲ ਸਾਹਿਬ ਨੇ ਇਹ ਕਾਰਵਾਈ ਕਿਉਂ ਨਹੀਂ ਕੀਤੀ, ਕਿਉਂ ਅੰਦੋਲਨ ਸ਼ੁਰੂ ਹੋਇਆ? ਇਹ ਇੱਕ ਅੰਦੋਲਨ ਐਸਾ ਵੱਡਾ ਸ਼ੁਰੂ ਹੋ ਗਿਆ, ਅਗਰ ਜੇ ਅਸੀਂ ਮੰਡਲ ਕਮਿਸ਼ਨ ਦਾ ਅੰਦੋਲਨ ਯਾਦ ਕਰੀਏ ਤਾਂ ਸਾਨੂੰ ਉਹ ਭੈੜੇ ਦਿਨਾਂ ਦੀ ਯਾਦ ਆਉਂਦੀ ਹੈ। ਔਰ ਇਹ ਜਿਹੜੀ ਯਾਦ ਹੈ ਇਹ ਇੱਕ ਐਸੀ ਯਾਦ ਬਣ ਕੇ ਨਾ ਗੁਜ਼ਰ ਜਾਵੇ ਕਿ ਇਹ ਮੋਦੀ ਦੀ ਸਰਕਾਰ ਦੇ ਜਿਹੜੇ 6 ਸਾਲ ਦਾ ਅਰਸਾ ਹੈ ਇਸ ਨੂੰ 6 ਕਾਲੇ ਦਿਨਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਏ। ਇਹ ਚੀਜ਼ ਨਹੀਂ ਹੋਣੀ ਚਾਹੀਦੀ, ਇਹ ਦੇਸ਼ ਦੇ ਵਿੱਚ ਹਿੱਤ ਵਿੱਚ ਨਹੀਂ ਹੈ। ਕਿਉਂਕਿ ਮੋਦੀ ਸਾਹਿਬ ਦੀ ਸਰਕਾਰ ਨੇ ਵਿਕਾਸ ਦੇ ਨਾਂ ਉੱਤੇ ਜਿੰਨਾ ਲੋਕਾਂ ਨੂੰ ਧੋਖਾ ਦਿੱਤਾ, 15 ਲੱਖ ਰੁਪਏ ਤੁਹਾਡੇ ਅਕਾਊਂਟ 'ਚ ਆਉਣਗੇ। ਉਹ ਇੱਕ ਸਵਾਮੀ ਰਾਮਦੇਵ ਇਹਨਾਂ ਦਾ ਇੱਕ ਜੁੰਡਲੀ ਦਾ ਯਾਰ ਸੀਗਾ, ਜਿਨ੍ਹਾਂ ਨੇ ਇਹ ਗੱਲ ਕਹੀ ਅਸੀਂ ਵਿਦੇਸ਼ਾਂ ਤੋਂ 100 ਦਿਨਾਂ ਦੇ ਵਿੱਚ ਪੈਸਾ ਕਾਲਾ ਤੁਹਾਨੂੰ ਵਾਪਸ ਲੈ ਆਵਾਂਗੇ। ਉਹ ਕਾਲਾ ਥੱਕੀ ਜਿਹੜਾ ਚਿੱਟਾ ਸੀ ਉਹ ਵੀ ਬਾਹਰ ਜਾਂਦਾ ਰਿਹਾ, ਨੀਰਵ ਮੋਦੀ ਬਾਹਰ ਚਲਾ ਗਿਆ, ਮਲੀਆ ਸਾਹਿਬ ਬਾਹਰ ਚਲੇ ਗਏ। ਇਸ ਤਰ੍ਹਾਂ ਦੇਸ਼ ਦਾ ਕਿੰਨਾ ਧਨ ਬਾਹਰ ਗਿਆ ਔਰ ਉਹਨਾਂ ਦੀ ਕਾਰਗੁਜ਼ਾਰੀ ਲਈ ਕੀ ਕੀਤਾ। ਅੱਜ ਤੱਕ ਮੋਦੀ ਸਾਹਿਬ ਦੀ ਸਰਕਾਰ ਦੀ ਦੂਜੀ ਟਰਮ ਸ਼ੁਰੂ ਹੋ ਗਈ ਹੈ, ਸਵਿਸ ਬੈਂਕ ਬਾਰੇ ਬੋਲਿਆ ਨਹੀਂ ਗਿਆ। ਸਵਾਮੀ ਰਾਮਦੇਵ ਦੇ ਜਿਹੜੇ ਬਿਜ਼ਨਸ ਨੇ ਉਹ ਕਿਤੇ ਦੇ ਕਿਤੇ ਵੱਧ ਗਏ। ਜਿਹੜੀ ਰੁਚੀ ਇੱਕ ਆਪਣੇ ਆਪ ਦੇ ਵਿੱਚ ਪ੍ਰੋਡਕਟ ਬਣਾਉਂਦੀ ਸੀਗੀ ਉਸ ਨੂੰ ਪਤੰਜਲੀ ਨੇ ਖਰੀਦ ਲਿਆ। ਉਹ ਕਿਵੇਂ ਖਰੀਦ ਲਿਆ? ਇਹ ਮੋਦੀ ਸਾਹਿਬ ਦੇ ਯਾਰਾਂ ਦੀ ਕਿੱਟੀ ਨਹੀਂ ਤੇ ਹੋਰ ਕੀ ਹੈ। ਇਸ ਕਿੱਟੀ ਨੂੰ ਪ੍ਰਫੁੱਲਤ ਕਰਨ ਲਈ ਹੁਣ ਇਹਨਾਂ ਨੇ ਅਖੀਰਲਾ ਥੋੜਾ ਜਿਹੜਾ ਕਿਸਾਨਾਂ ਦੇ ਉੱਤੇ ਮਾਰਿਆ। ਇਹ ਗੱਲ ਕਿਸਾਨਾਂ ਨੂੰ ਬਿਲਕੁਲ ਪ੍ਰਵਾਨ ਨਹੀਂ। ਕਿਸਾਨ ਦੇਸ਼ ਦਾ ਰਾਖਾ ਵੀ ਹੈ, ਜੈ ਜਵਾਨ ਜੈ ਕਿਸਾਨ ਹੈ। ਮੈਨੂੰ ਇੱਕ ਚੀਜ਼ ਦੱਸੋ, ਇੱਕ ਪਾਸੇ ਨਾਰਾ ਦਿੱਤਾ ਜਾਂਦਾ ਹੈ ਕਿ ਕਾਂਗਰਸ ਮੁਕਤ ਭਾਰਤ ਬਣੇਗਾ, ਦੂਜੇ ਪਾਸੇ ਰਾਹੁਲ ਗਾਂਧੀ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਕਿ ਬੀਜੇਪੀ ਦੀ ਰਣਨੀਤੀ ਕੀ ਹੈਗੀ ਹੈ, ਬੀਜੇਪੀ ਕਿਸ ਤਰ੍ਹਾਂ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈਗੀ ਹੈ। ਬਾਵਜੂਦ ਉਸ ਦੇ ਆਰਡੀਨੈਂਸ ਐਡਾ ਵੱਡਾ ਹੈਗਾ, ਕਿਸਾਨ ਜਿਹੜੇ ਹੈਗੇ ਨੇ ਸੜਕਾਂ ਦੇ ਉੱਤੇ ਆ ਚੁੱਕੇ ਹੋਏ ਨੇ, ਪੂਰਾ ਹਜੂਮ ਤੁਹਾਨੂੰ ਦਿਖਦਾ ਹੈ ਜਿਹੜਾ ਇਹ ਵੀ ਕਹਿ ਦਿੰਦਾ ਹੈ ਕਿ ਅਸੀਂ ਹਥਿਆਰ ਤੱਕ ਚੁੱਕ ਲਵਾਂਗੇ। ਬਾਵਜੂਦ ਉਸ ਦੇ ਰਾਹੁਲ ਗਾਂਧੀ ਅੱਜ ਤੱਕ ਲੋਕ ਸਭਾ ਦੇ ਵਿੱਚ ਨਹੀਂ ਗਏ। ਦੇਖੋ, ਇਹ ਉਹਨਾਂ ਦੀ ਇਮੈਚੋਰਿਟੀ ਸਮਝੋ ਜਾਂ ਕਾਂਗਰਸ ਦੀ ਜਿਹੜੀ ਕਮਜ਼ੋਰੀ ਹੈ ਉਸ ਨੂੰ ਸਮਝੋ, ਜਿਨ੍ਹਾਂ ਨੇ ਉਹਨਾਂ ਨੂੰ ਪ੍ਰੋਪਰਲੀ ਗਾਈਡ ਨਹੀਂ ਕੀਤਾ। ਦੇਸ਼ ਦਾ ਨੇਤਾ ਬਣਨ ਲਈ ਤੁਹਾਡੇ 'ਚ ਗੁਣ ਹੋਣੇ ਬਹੁਤ ਜ਼ਰੂਰੀ ਨੇ। ਆਹ ਇੱਕ ਸਾਡੇ ਗੁਆਂਢ ਇੱਕ ਤਾਈਵਾਨ ਇੱਕ ਛੋਟਾ ਜਿਹਾ ਮੁਲਕ ਹੈ ਜਿਹਨੇ ਚੀਨ ਦਾ ਨੱਕ ਵੀ ਦਮ ਕਰ ਰੱਖਿਆ ਔਰ ਉੱਥੋਂ ਦੀ ਜਿਹੜੀ ਸ਼ਾਸਕ ਹੈ ਇਸ ਵੇਲੇ ਪ੍ਰੈਜ਼ੀਡੈਂਟ ਮੈਡਮ ਹੈ ਜਿਹੜੀ ਉਹਨੇ ਜਿਸ ਤਰ੍ਹਾਂ ਚੀਨ ਨੂੰ ਇੱਕ ਟੱਕਰ ਦਿੱਤੀ ਹੈ, ਉਹਨੂੰ ਆਇਰਨ ਲੇਡੀ ਦਾ ਨਾਂ ਦਿੱਤਾ ਗਿਆ। ਜਿੰਨੀ ਉਹਨੇ 5 ਸਾਲਾਂ ਹੀ ਦੇਸ਼ ਦੇ ਵਿੱਚ ਖੁਸ਼ਹਾਲੀ ਕੀਤੀ ਹੈ ਜਾਂ ਸਾਰਾ ਕੁਝ ਕੀਤਾ, ਮੋਦੀ ਸਾਹਿਬ ਉਹਦੇ ਤੋਂ ਹੀ ਅਕਲ ਲੈ ਲੈਂਦੇ, ਰਾਜੀਵ ਗਾਂਧੀ ਉਹਦੇ ਤੋਂ ਹੀ ਅਕਲ ਲੈ ਲੈਂਦੇ। ਅਕਲ ਲੈਣੀ ਤਾਂ ਇਹਨਾਂ ਲਈ ਦੂਰ ਦਾ ਕੰਮ ਹੈ, ਨੇੜਿਓਂ ਵੀ ਨਹੀਂ ਲੰਘਣੀ ਇਹਨਾਂ ਦੇ। ਇਹ ਇੱਕ ਬੜੀ ਮੰਦਭਾਗੀ ਘਟਨਾ ਸਾਡੇ ਦੇਸ਼ ਦੀ ਔਰ ਕਿਸਾਨਾਂ ਨੂੰ ਅੱਗੇ ਆਉਣਾ ਪਏਗਾ। ਇਸ ਅੰਦੋਲਨ ਨੂੰ ਇਸ ਵੇਲੇ ਕਿਸਾਨ ਹੀ ਚਲਾ ਸਕਦੇ ਨੇ। ਦੇਖੋ, ਹਰ ਤਬਕੇ ਨੂੰ ਸੁਪਰੀਮ ਕੋਰਟ ਦਬਾ ਰਹੀ ਔਰ ਲੋਕਾਂ ਨੇ ਸੁਪਰੀਮ ਕੋਰਟ ਵਿੱਚ ਜਿਹੜਾ ਵਿਸ਼ਵਾਸ ਸੀਗਾ ਉਸ ਦੇ ਵਿਸ਼ਵਾਸ ਨੂੰ ਇੰਨੀ ਕੁ ਢਾਲ ਲੱਗੀ ਹੈ ਲੋਕਾਂ ਦੇ ਵਿਸ਼ਵਾਸ ਨੂੰ ਵੀ ਲੋਕਾਂ ਨੇ ਕੋਰਟਾਂ ਦੇ ਦਰਵਾਜ਼ੇ ਹੀ ਖੜਕਾਣੇ ਛੱਡ ਦਿੱਤੇ ਨੇ। ਇਸ ਵੇਲੇ ਕੋਵਿਡ ਦੇ ਨਾਂ ਥੱਲੇ ਕੋਰਟਾਂ ਕਿੰਨੀਆਂ ਕੁ ਕੰਮ ਕਰ ਰਹੀਆਂ। ਜੇ ਐਮਪੀਆਂ ਨੇ 30% ਜਿਹੜੀ ਆ ਆਪਣੀ ਸੈਲਰੀ ਜਿਹੜੀ ਵਧੀ ਹੋਈ ਸੀ ਉਸੇ ਨੂੰ ਹੀ ਘਟਾਇਆ, ਸੈਲਰੀ ਉਨੀਆਂ ਹੀ ਹੈ, ਇੱਕ ਸੈਲਰੀ ਵਧੀ ਸੀ ਇਹਨਾਂ ਦੀ ਉਸੇ ਨੂੰ ਹੀ ਘਟਾਇਆ। ਜਮ੍ਹਾਂ ਤਕਸੀਮ ਆਂਕੜਿਆਂ ਦਾ ਹੀ ਫਰਕ ਹੈ, ਬਾਕੀ ਕੋਈ ਫਰਕ ਨਹੀਂ। ਔਰ ਇਸ ਚੀਜ਼ ਨੂੰ ਜੇ ਸਾਹਮਣੇ ਰੱਖ ਕੇ
ਜੱਜਾਂ ਦੀ ਸੈਲਰੀ ਜ਼ਰੂਰਤ ਕਰੇਗੀ ਮੋਦੀ ਸਰਕਾਰ ਘਟਾਉਣ ਦੀ? ਬਿਲਕੁਲ ਨਹੀਂ। ਆਪਣੇ ਮੁਲਾਜ਼ਮਾਂ ਦੀ ਕਰੇਗੀ ਸਰਕਾਰ ਘਟਾਉਣ ਦੀ? ਬਿਲਕੁਲ ਨਹੀਂ। ਕਿੰਨੇ ਹੋਰ ਇਨਸੋਲਵੈਂਸੀ ਐਕਟ ਆਇਆ ਜਾਂ ਹੋਰ ਐਕਟ ਆਏ ਨੇ ਇਹਨਾਂ ਦਿਨਾਂ ਦੇ ਵਿੱਚ, ਜਿਹਦੇ ਵਿੱਚ ਮੁਲਾਜ਼ਮ ਦੀ ਜਿਹੜੀ ਹੈ ਜਾਂ EMPLOYEE ਦੀ ਜਿਹੜੀ ਹੈ ਹੱਕਾਂ ਦੀ ਜਿਹੜੀ ਬੁਨਿਆਦ ਸੀਗੀ ਉਹਨੂੰ ਖ਼ਤਮ ਕਰਨ ਦਾ ਹਰ ਹੀਲਾ ਵਸੀਲਾ ਕੀਤਾ ਗਿਆ। ਜਿਹੜੀ ਪੈਨਸ਼ਨ ਮਿਲ ਰਹੀ ਹੈ 8-8 9-9 ਪੈਨਸ਼ਨਾਂ ਮਿਲ ਰਹੀਆਂ ਕਈ MPਆਂ ਨੂੰ MLAਆਂ ਨੂੰ। ਬਾਦਲ ਪਰਿਵਾਰ ਦੇ ਵਿੱਚ 25 ਤੋਂ 30 ਪੈਨਸ਼ਨਾਂ ਜਾ ਰਹੀਆਂ, ਬਾਦਲ ਸਾਹਿਬ ਦੀਆਂ ਆਪਣੀਆਂ, ਸੁਖਬੀਰ ਬਾਦਲ ਦੀਆਂ, ਹਰਸਿਮਰਤ ਕੌਰ ਦੀਆਂ। ਕੀ ਉਹ ਇਹਨਾਂ ਨੂੰ ਛੱਡਣਗੇ? ਮੋਦੀ ਸਾਹਿਬ ਉਹਦੇ ਉੱਤੇ ਬਿੱਲ ਕਿਉਂ ਨਹੀਂ ਲਿਆਂਦੇ? ਉਹ ਬਿੱਲ ਆਉਣ ਸੋਸ਼ਲ ਸਿਕਿਉਰਿਟੀ ਬਣ ਜਾਏਗੀ। ਅਗਰ ਜੇ ਇੱਕ ਅੰਦਾਜ਼ਾ ਲਾਇਆ ਜਾਏ, ਇੱਕ ਅੰਦਾਜ਼ੇ ਮੁਤਾਬਕ ਪੈਨਸ਼ਨਾਂ ਔਰ ਜਿਹੜੀਆਂ ਸੈਲਰੀਜ਼ ਨੇ ਲੋਕ ਸਭਾ ਦੇ MPਆਂ MLA ਦੀਆਂ ਜਾਂ ਸਟੇਟਾਂ ਦੇ MLA ਦੀਆਂ, ਇਹ 3000 ਕਰੋੜ ਰੁਪਏ ਦਾ ਜਿਹੜਾ ਭਾਰਤੀ ਜਿਹੜਾ ਹੈਗਾ ਟੈਕਸ ਵਿਭਾਗ ਲੋਕਾਂ ਦਾ ਇਕੱਠਾ ਕੀਤਾ ਹੋਇਆ ਟੈਕਸ, ਉਸ ਨੂੰ ਇਸ ਤਰ੍ਹਾਂ ਖੁਰਦ-ਬੁਰਦ ਕਰ ਰਿਹਾ। ਮੈਂ ਖੁਰਦ-ਬੁਰਦ ਇਸ ਲਈ ਕਹਿ ਰਿਹਾ ਵੀ ਇੱਕ ਆਮ ਆਦਮੀ ਨੂੰ ਨਿਚੋੜ ਕੇ ਟੈਕਸ ਪੈਦਾ ਕੀਤਾ ਜਾ ਰਿਹਾ। ਇੱਕ ਚੀਜ਼ ਇਹਦੇ 'ਚ ਇਹ ਵੀ ਕਿਹਾ ਜਾ ਰਿਹਾ ਹੈਗਾ ਇਸ ਆਰਡੀਨੈਂਸ ਦੇ ਵਿੱਚ ਕਿ ਤੁਸੀਂ ਜਿਹੜੇ ਕਿਸਾਨ ਹੈਗੇ ਨੇ ਉਹ ਬਾਹਰ ਜਾ ਕੇ, ਇਸ ਰਾਜ ਤੋਂ ਬਾਹਰ ਜਾ ਕੇ, ਸੂਬਿਆਂ ਤੋਂ ਬਾਹਰ ਜਾ ਕੇ ਫਸਲ ਵੇਚ ਸਕਦੇ ਹੈਗੇ ਨੇ। ਲੇਕਿਨ ਜਦੋਂ ਕਿਸਾਨ ਮੰਡੀ ਦੇ ਵਿੱਚ ਆਪਣੀ ਫਸਲ ਵੇਚਦਾ ਸੀਗਾ, ਜੋ ਟੈਕਸ ਰੈਵਨਿਊ ਉੱਥੋਂ ਕਲੈਕਟ ਹੁੰਦਾ ਸੀਗਾ ਉਹ ਸਟੇਟ ਦੀ ਸੜਕਾਂ ਬਣਾਉਣ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ ਉਸ ਚੀਜ਼ ਨੂੰ ਯੂਟੀਲਾਈਜ਼ ਕੀਤਾ ਜਾਂਦਾ ਸੀਗਾ। ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹਦਾ ਸਵਾਲ ਬਿਲਕੁਲ ਸਿੱਧਾ। ਇਸ ਗਵਰਨਮੈਂਟ ਨੇ GST ਲਿਆਂਦਾ ਔਰ ਉਸ ਨਲਾਇਕੀ ਨੂੰ ਕਿੱਥੋਂ ਤੱਕ ਸਾਹਮਣਾ ਕਰਨਾ ਪਿਆ ਕਿ ਸਟੇਟਾਂ ਦਾ GST ਦਾ ਜਿਹੜਾ ਹਿੱਸਾ ਸੀ ਉਹ ਅੱਜ ਤੱਕ ਮੋਦੀ ਗਵਰਨਮੈਂਟ ਨੇ ਜਾਂ ਨਿਰਮਲਾ ਸੀਤਾਰਮਨ ਨੇ, ਸਾਡੀ ਫਾਈਨਾਂਸ ਮਿਨਿਸਟਰ ਨੇ ਇਹ ਕਹਿ ਕੇ ਵੀ ਸਾਡੇ ਕੋਲ ਤਾਂ ਪੈਸੇ ਹੈ ਨਹੀਂ, ਇਟ ਇਜ਼ ਐਕਟ ਆਫ ਗੋਡ। ਜੇ ਕੱਲ੍ਹ ਨੂੰ ਟੈਕਸ ਪੇਅਰਸ ਨੇ ਕਹਿ ਦਿੱਤਾ ਇਟ ਇਜ਼ ਐਕਟ ਆਫ ਗੋਡ, ਸਾਡੇ ਕੋਲ ਵੀ ਪੈਸੇ ਹੈ ਨਹੀਂ, ਸਿਵਲ ਵਾਰ ਸ਼ੁਰੂ ਹੋ ਜਾਏਗੀ ਇਸ ਹਿੰਦੁਸਤਾਨ ਦੇ ਵਿੱਚ, ਸਰਕਾਰ ਦੇ ਵਿੱਚ ਤੇ ਲੋਕਾਂ ਦੇ ਵਿੱਚ। ਸਰਕਾਰ ਮੁੱਠੀ ਭਰ ਲੋਕਾਂ ਦੀ ਹੈ ਜਾਂ ਕੁਛ ਮਸਲਮੈਨਾਂ ਦੀ ਹੈ। ਪਰ ਇਹਨਾਂ ਤੁਗਲਕੀ ਫਰਮਾਨਾਂ ਦਾ ਕਰੋਗੇ ਕਿ ਜਦੋਂ ਸਰਕਾਰ ਨੂੰ ਚੰਗੀ ਤਰ੍ਹਾਂ ਸਮਝ ਆ ਰਿਹਾ, ਜਦੋਂ ਆਪੋਜੀਸ਼ਨ ਵੀ ਸਾਫ਼ ਤੌਰ ਤੇ ਕਹਿੰਦੀ ਵੀ ਹੈ, ਗੱਠਜੋੜ ਦੇ ਵਿੱਚ ਪਾਰਟੀ ਜਿਹੜੀਆਂ ਹੈਗੀਆਂ ਨੇ, ਕੋਲੀਸ਼ਨ ਦੇ ਵਿੱਚ ਜਿਹੜੀਆਂ ਪਾਰਟੀਆਂ ਹੈਗੀਆਂ ਨੇ, ਅਕਾਲੀ ਦਲ ਵੀ ਕਹਿੰਦਾ ਪਿਆ ਕਿ ਇਹ ਜਿਹੜਾ ਆਰਡੀਨੈਂਸ ਹੈਗਾ ਇਹ ਕਿਸਾਨ ਇਸ ਦਾ ਵਿਰੋਧ ਕਰਦੇ ਪਏ ਨੇ ਤੇ ਸਾਨੂੰ ਵੀ ਮਹਿੰਗਾ ਪੈਣਾ, ਤੁਹਾਨੂੰ ਵੀ ਮਹਿੰਗਾ ਪੈਣਾ। ਲੇਕਿਨ ਜਿਹੜੇ ਫਰਮਾਨ ਇਹ ਜਾਰੀ ਕਰਦੇ ਪਏ ਨੇ, ਲੋਕ ਸਭਾ ਦੇ ਵਿੱਚ ਪਾਸ ਹੋ ਗਿਆ, ਰਾਜ ਸਭਾ ਦੇ ਵਿੱਚ ਮਨਮਾਨੀ ਕਰ ਲਈ, ਰਾਸ਼ਟਰਪਤੀ ਦੇ ਜਿਹੜੇ ਹਸਤਾਖਰ ਹੋਣੇ ਨੇ ਉਹ ਤਾਂ ਹੋ ਹੀ ਜਾਣੇ ਨੇ। ਹੁਣ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਦੇ ਕੋਲ ਕੀ ਚਾਰਾ ਬਚ ਗਿਆ? ਕਿਸਾਨਾਂ ਕੋਲ ਆਪਣੀ ਆਵਾਜ਼ ਉਠਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ। ਇੱਕ ਬੜੀ ਮੰਦਭਾਗੀ ਘਟਨਾ ਇਹ ਹੈ ਵੀ ਸਾਡਾ ਗੁਆਂਢੀ ਰਾਜ ਹਰਿਆਣਾ, ਜਿਹਦੇ ਵਿੱਚ BJP ਦੀ ਸਰਕਾਰ ਹੈ ਔਰ ਉਹ ਸਰਕਾਰ ਨੇ ਸ਼ੰਭੂ ਬਾਰਡਰ ਦੇ ਉੱਤੇ, ਕੱਲ੍ਹ ਤੁਸੀਂ ਦੇਖਿਆ, ਤੁਸੀਂ ਦਿਖਾਇਆ, ਕਈ ਚੈਨਲਾਂ ਨੇ ਦਿਖਾਇਆ, ਜਿਹਦੇ ਵਿੱਚ ਪੰਜਾਬ ਦੇ ਕਿਸਾਨ ਜਿਹੜੇ ਸੀ ਆਪਣੇ ਟਰਾਲਿਆਂ ਦੇ ਉੱਤੇ ਦਿੱਲੀ ਵੱਲ ਮਾਰਚ ਕਰ ਰਹੇ ਸੀਗੇ, ਉਹਨੂੰ ਰੋਕਣ ਦਾ ਯਤਨ ਕੀਤਾ ਗਿਆ। ਪੀਸਫੁਲ ਮਾਰਚ ਨੂੰ ਰੋਕਣ ਦਾ ਯਤਨ ਕਰਨ ਦਾ ਜਿਹੜਾ ਕਿਸੇ ਕੋਲ ਨਹੀਂ ਹੈਗਾ, ਕਿਸੇ ਤਰ੍ਹਾਂ ਵੀ ਕੋਈ ਵੀ ਉਪਰਾਲਾ ਨਹੀਂ ਹੈਗਾ। ਅਗਰ ਜੇ ਹੈਗਾ ਉਪਰਾਲਾ ਤਾਂ ਮੈਨੂੰ ਦਿਖਾ ਦੇਣ। ਸੁਪਰੀਮ ਕੋਰਟ ਨੇ ਬਾਰ-ਬਾਰ ਕਿਹਾ, ਸੁਪਰੀਮ ਕੋਰਟ ਕਿਉਂ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ? ਸੁਪਰੀਮ ਕੋਰਟ ਦੀ ਕਮਜ਼ੋਰੀ ਬਾਰ-ਬਾਰ ਜ਼ਾਹਰ ਹੋ ਰਹੀ ਹੈ ਔਰ ਸੁਪਰੀਮ ਕੋਰਟ ਡੰਡੇ ਦਾ ਰੂਲ ਕਰ ਰਹੀ ਹੈ ਇਸ ਵੇਲੇ, ਕੋਈ ਹੋਰ ਰੂਲ ਨਹੀਂ ਕਰ ਰਹੀ। ਤੁਸੀਂ ਹਰਿਆਣੇ ਦਾ ਜ਼ਿਕਰ ਕੀਤਾ, ਉੱਥੇ JJP ਤੇ BJP ਦਾ ਗੱਠਜੋੜ ਹੈਗਾ। JJP ਹਮੇਸ਼ਾ ਤੋਂ ਸੱਤਾ ਦੇ ਵਿੱਚ ਕਾਬਜ਼ ਇਸ ਕਰਕੇ ਹੁੰਦੀ ਆਈ ਹੈ ਕਿਉਂਕਿ ਉਹਨੇ ਕਿਸਾਨਾਂ ਦੇ ਮੁੱਦੇ ਚੁੱਕੇ ਨੇ, ਉਹ ਕਿਸਾਨਾਂ ਦੀ ਪਾਰਟੀ ਹਮੇਸ਼ਾ ਉਹਨਾਂ ਦਾ ਰਹਿਨੁਮਾ ਬਣ ਕੇ ਰਹੀ ਹੈਗੀ ਹੈ। ਇਸ ਚੀਜ਼ ਤੋਂ ਬਾਅਦ ਦੁਸ਼ਯੰਤ ਚੌਟਾਲਾ ਦੇ ਉੱਤੇ ਜੋ ਡਿਪਟੀ ਚੀਫ ਮਿਨਿਸਟਰ ਹੈਗੇ ਨੇ ਉਹਨਾਂ ਦੇ ਉੱਤੇ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਰਿਜ਼ਾਈਨ ਕਿਉਂ ਨਹੀਂ ਕਰਦੇ ਪਏ, ਜਿਵੇਂ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਰਿਜ਼ਾਈਨ ਕਰ ਦਿੱਤਾ ਹੈਗਾ। ਕੱਲ੍ਹ ਉਹਨਾਂ ਦਾ ਬਿਆਨ ਆਉਂਦਾ ਦੁਸ਼ਯੰਤ ਚੌਟਾਲਾ ਦਾ, ਉਹ ਕਹਿੰਦੇ ਨੇ ਕਿ ਜੇ MSP ਨਹੀਂ ਮਿਲੇਗੀ ਕਿਸਾਨਾਂ ਨੂੰ ਤਾਂ ਫਿਰ ਮੈਂ ਵੀ ਰਿਜ਼ਾਈਨ ਕਰ ਦੇਵਾਂਗਾ। ਇਹ ਬੜਾ ਹਾਈਪੋਥੈਟੀਕਲ ਹੋ ਜਾਂਦਾ, ਜੇ ਲੱਗ ਗਿਆ ਇਹਦੇ ਵਿੱਚ, ਜੇ ਇੱਦਾਂ ਨਹੀਂ ਹੋਇਆ ਤਾਂ ਇੱਦਾਂ ਕਰ ਦਾਂਗਾ। ਦੇਖੋ, ਇਹਨਾਂ ਲੋਕਾਂ ਵਿੱਚ ਜ਼ਰੂਰਤ ਹੀ ਨਹੀਂ। ਇਹਦੇ ਵਿੱਚ ਜੇ ਜ਼ਰੂਰਤ ਹੁੰਦੀ ਤਾਂ ਆਪਣੇ ਦਾਦੇ ਦੇਵੀ ਲਾਲ ਵਾਂਗੂ ਕੋਈ ਨਾ ਕੋਈ ਕੰਮ ਤੇ ਕਰਮ ਕਰਦਾ। ਜੁਆਇੰਟ ਪੰਜਾਬ ਦੇ ਵਿੱਚ ਵੀ ਉਹ ਨੇਤਾ ਸਨ ਅਤੇ ਹਰਿਆਣਾ ਦੇ ਵਿੱਚ ਵੀ ਉਹ ਮੁੱਖ ਮੰਤਰੀ ਬਣੇ ਸਨ ਦੇਵੀ ਲਾਲ ਜੀ, ਅਤੇ ਉਸ ਤੋਂ ਬਾਅਦ ਉਹ ਡਿਪਟੀ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦੇ ਵੀ ਬਣੇ ਸਨ। ਉਹਨਾਂ ਨੇ ਜਿੰਨੇ ਕੁ ਕੰਮ ਕੀਤੇ ਕਿਸਾਨਾਂ ਲਈ, ਕਿਸੇ ਤੋਂ ਅੱਗੇ ਪਿੱਛੇ ਨਹੀਂ। ਇਸੇ ਤਰ੍ਹਾਂ ਚੌਧਰੀ ਚਰਨ ਸਿੰਘ ਸੀਗੇ ਜਿਹੜੇ ਕਿਸਾਨ ਨੇਤਾ ਸੀਗੇ, ਉਹਨਾਂ ਨੇ ਵੀ ਕੰਮ ਕੀਤੇ ਨੇ। ਜਿਨ੍ਹਾਂ ਲੋਕਾਂ ਨੇ ਕੰਮ ਕੀਤੇ ਆ ਉਹਨਾਂ ਦੇ ਕੰਮਾਂ ਉੱਤੇ ਇਹ ਪਰਦੇ ਪਾਉਣ ਦਾ ਇੱਕ ਯਤਨ ਕੀਤਾ ਗਿਆ। ਦੁਸ਼ਯੰਤ ਚੌਟਾਲਾ ਨੂੰ ਕਿਸਾਨ ਹਿੱਤ ਪਿਆਰੇ ਨੇ ਜਾਂ ਆਪਣੀ ਜਿਹੜੀ ਹੈ ਡਿਪਟੀ CMਸ਼ਿਪ ਪਿਆਰੀ ਹੈ, ਇਹ ਇਸ ਦਾ ਜਵਾਬ ਉਹੀ ਦੇ ਸਕਦੇ ਨੇ।
ਇਸ ਵੇਲੇ ਜਿਹੜਾ ਮੈਂ ਇਹਦੇ ਉੱਤੇ ਕਮੈਂਟ ਕਰਨਾ ਠੀਕ ਔਰ ਜਾਇਜ਼ ਔਰ ਵਾਜਬ ਨਹੀਂ ਸਮਝਦਾ। ਆ ਜਿਹੜੇ ਨੌਜਵਾਨ ਹੈਗੇ ਨੇ ਜਿਹੜੇ ਇਹ ਕਹਿੰਦੇ ਪਏ ਨੇ ਕਿ ਅਸੀਂ ਹਥਿਆਰ ਚੁੱਕਾਂਗੇ, ਸਾਡੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਬਚਿਆ ਹੈਗਾ, ਇਹ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਹੋ? ਕਿਤੇ ਨਾ ਕਿਤੇ ਉਹ ਵੀ ਸਤਾਏ ਹੋਏ ਹੈਗੇ ਨੇ। ਕੱਲ੍ਹ ਉਹਨਾਂ ਨੂੰ ਜਦੋਂ ਸਵਾਲ ਵੀ ਕੀਤਾ ਕਿ ਸੰਵਿਧਾਨ ਹੈਗਾ, ਕਾਨੂੰਨ ਹੈਗਾ, ਉਹ ਅੱਗੋਂ ਦੀ ਸਾਫ਼ ਤੌਰ 'ਤੇ ਇਹ ਕਹਿੰਦੇ ਨੇ ਉਹ ਤਾਂ ਖਤਮ ਹੋ ਗਿਆ ਸਾਹਿਬ, ਤੁਸੀਂ ਕਿਸ ਕਾਨੂੰਨ ਦੀ, ਕਿਸ ਸੰਵਿਧਾਨ ਦੀ ਗੱਲ ਕਰਦੇ ਹੋ? ਸਾਡੇ ਨਾਲ ਸਾਡੇ ਹੱਕ ਹਕੂਕ ਮਾਰਦੇ ਪਏ ਆ। ਸਰਕਾਰ ਜਿਹੜੀ ਹੈਗੀ ਹੈ ਉਹਨੇ ਦਬਾਅ ਬਣਾਇਆ ਹੋਇਆ ਪੂਰਾ। ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੋਦੀ ਸਰਕਾਰ ਨੇ ਜਿੰਨੇ ਵਾਅਦੇ ਕੀਤੇ ਵਿਕਾਸ ਦੇ ਨਾਂ ਥੱਲੇ, ਝੂਠ ਦਰ ਝੂਠ ਜਿਹੜੇ ਨਿਕਲਦੇ ਗਏ। 15 ਲੱਖ ਰੁਪਈਆ ਤੁਹਾਡੇ ਅਕਾਊਂਟ 'ਚ ਆਏਗਾ, ਕਿਸੇ ਦੇ ਅਕਾਊਂਟ ਹੀ ਨਹੀਂ ਆਇਆ। ਜਨ ਧਨ ਯੋਜਨਾ ਜਿਹੜੀ ਸੀ ਉਹ ਫੇਲ ਹੋਈ, ਬੁਰੀ ਤਰ੍ਹਾਂ ਫੇਲ ਹੋਈ। ਇਸੇ ਤਰ੍ਹਾਂ ਕਈ ਹੋਰ ਉਹਨਾਂ ਨੇ ਕੰਮ ਵਿੱਢੇ। ਸਵਾਮੀ ਰਾਮਦੇਵ ਨੂੰ ਕਿਹਾ ਤੂੰ ਚੁੱਪ ਕਰਕੇ ਇੱਥੇ ਬਹਿ ਜਾ, ਕਾਲੇ ਧਨ ਦੀ ਗੱਲ ਨਹੀਂ ਕਰਨੀ, ਜਿੰਨਾ ਮਰਜ਼ੀ ਤੂੰ ਪੈਸਾ ਕਮਾ। ਉਹ ਇਸ ਵੇਲੇ 30,000 ਕਰੋੜ ਰੁਪਏ ਦਾ ਬਿਜ਼ਨਸ ਐਮਪਾਇਰ ਬਣਾ ਕੇ ਖੜਾ ਕਰ ਚੁੱਕਾ। ਨਾ ਅੱਗੇ ਨਾ ਪਿੱਛੇ, ਨਾ ਰੰਨ ਨਾ ਕੰਨ, ਜਿਹਨੂੰ ਕਹੀਦਾ ਉਹਨੇ 20-30,000 ਕਰੋੜ ਰੁਪਈਆ ਕਿਹਨੂੰ ਦੇਣਾ? ਇਹ ਜਿਹੜੀ ਹੈ ਦੋਸਤਾਂ ਦੀ ਕਿੱਟੀ ਦੇ ਵਿੱਚ ਇੱਕ ਇਲੈਕਸ਼ਨ ਜਿੱਤਣ ਲਈ ਜਾਂ ਇਸ ਤਰ੍ਹਾਂ ਇਸਤੇਮਾਲ ਕਰਨ ਲਈ। ਜੇ ਨੋਟਬੰਦੀ ਆਈ ਉਹਦੇ ਵਿੱਚ ਵੀ ਮੋਦੀ ਸਰਕਾਰ ਫੇਲ ਹੋਈ, GST ਆਇਆ ਉਹਦੇ ਵਿੱਚ ਵੀ ਫੇਲ ਹੋਇਆ, ਜਿੰਨੇ ਵੀ ਕਾਨੂੰਨ ਆਏ ਨੇ ਇਹਨਾਂ ਸਾਰਿਆਂ ਦੇ ਵਿੱਚ ਫੇਲ ਹੋਈ ਹੈ। ਜੇ ਮੋਦੀ ਸਾਹਿਬ ਦੇ ਵਿੱਚ ਇੱਕ ਛੋਟੀ ਜਿਹੀ ਵੀ ਦਿਆਨਤਦਾਰੀ ਬਚੀ ਹੈ ਇਸ ਵੇਲੇ, ਤਾਂ ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਤੁਹਾਡੇ ਚੈਨਲ ਦੇ ਥਰੂ ਬਈ ਆਪਣੀ ਸਰਕਾਰ ਦੀ ਪ੍ਰੋਸੀਕਿਊਸ਼ਨ ਕਰਨ ਲਈ ਬਿੱਲ ਲਿਆਉਣ ਲੋਕ ਸਭਾ ਦੇ ਵਿੱਚ। ਉਹ ਬਿੱਲ ਹੀ ਨਹੀਂ ਪਾਸ ਹੋਣਾ। ਕਿਉਂ? ਕਿਉਂਕਿ ਹਰ ਪੋਲੀਟੀਸ਼ੀਅਨ ਇਸ ਹਮਾਨ ਦੇ ਵਿੱਚ ਨੰਗਾ, ਭਾਵੇਂ ਉਹ ਵਿਰੋਧੀ ਪਾਰਟੀ ਹੈ ਅਤੇ ਭਾਵੇਂ ਉਹ ਕੋਈ ਹੋਰ ਹੈ। ਸੋਸ਼ਲ ਮੀਡੀਆ 'ਤੇ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਉਹ ਜਦੋਂ ਵੀਡੀਓ ਪੈਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਚਰਚਾ ਹੁੰਦੀ ਹੈ ਉਹਦੇ ਥੱਲੇ ਕਮੈਂਟ ਆ ਕੇ ਕਰ ਦਿੰਦੇ ਨੇ ਕਿ ਸਾਨੂੰ ਤਾਂ ਖਾਲਿਸਤਾਨ ਚਾਹੀਦਾ ਹੈਗਾ। ਇਹ ਜਿਹੜੀ ਮਾਨਸਿਕਤਾ ਪੈਦਾ ਹੁੰਦੀ ਪਈ ਹੈ ਇਹਨਾਂ ਚੀਜ਼ਾਂ ਦੇ ਕਰਕੇ, ਇਸ ਨੂੰ ਕਿਸ ਤਰ੍ਹਾਂ ਦੇਖਦੇ ਆ? ਮਾਂ ਕਦੀ ਮਿਲੀਟੈਂਟ ਨੂੰ ਜਨਮ ਨਹੀਂ ਦਿੰਦੀ, ਹਾਲਾਤ ਜਿਹੜੇ ਨੇ ਉਹ ਜਨਮ ਦਿੰਦੇ ਨੇ ਮਿਲੀਟੈਂਸੀ ਨੂੰ। ਅਗਰ ਜੇ ਇਹੋ ਜਿਹੇ ਹਾਲਾਤ ਹੋਣਗੇ, ਮਿਲੀਟੈਂਸੀ ਨੂੰ ਪੰਜਾਬੀ 'ਚ ਜੇ ਸਮਝਾਉਣਾ ਚਾਹੂੰ, ਖਾੜਕੂਵਾਦ ਜਿਹਨੂੰ ਕਿਹਾ ਜਾ ਸਕਦਾ, ਜਿਸ ਨੂੰ ਇੱਕ ਅੱਤਵਾਦ ਦਾ ਨਾਮਕਰਨ ਦਿੱਤਾ ਜਾ ਸਕਦਾ। ਇਹ ਕਿਉਂ? ਇਹ ਹਾਲਾਤ ਕਿੰਨੇ ਪੈਦਾ ਕੀਤੇ ਆ, ਉਹਨਾਂ ਦੀ ਪ੍ਰੋਸੀਕਿਊਸ਼ਨ ਕਰਨ ਲਈ ਮੋਦੀ ਸਰਕਾਰ ਜੇ ਬਿੱਲ ਲਿਆਵੇ ਤਾਂ ਜ਼ਿਆਦਾ ਬਿਹਤਰ ਰਹੇਗਾ। ਪੰਜਾਬ ਦੇ ਲੋਕ ਖਾਲਿਸਤਾਨ ਨਹੀਂ ਮੰਗਦੇ, ਲੇਕਿਨ ਜੇ ਉਹਨਾਂ ਨੂੰ ਧੱਕੇ ਨਾਲ ਦਿਓਗੇ ਤਾਂ ਉਹ ਕੀ ਕਰਨਗੇ? ਔਰ ਜਿਹੜੇ ਧੱਕੇ ਨਾਲ ਦੇ ਰਹੇ ਨੇ ਲੋਕ, ਤੁਹਾਡੇ ਕਹਿਣ ਦਾ ਮਤਲਬ ਹੈ ਜੋ ਇੱਕ ਆਰਡੀਨੈਂਸ ਆ ਰਹੇ ਨੇ ਇੱਕ ਹਿਸਾਬ ਦੇ ਨਾਲ ਧੱਕੇ ਦੇ ਨਾਲ ਖਾਲਿਸਤਾਨ ਦਿੰਦੇ ਪਏ? ਇਹ ਧੱਕੇ ਨਾਲ ਹੀ ਸਾਰੀਆਂ ਗੱਲਾਂ ਹੋ ਰਹੀਆਂ। ਔਰ ਸਾਰੇ ਹਿੰਦੁਸਤਾਨ ਦੇ ਜਿਹੜੇ ਨੌਜਵਾਨ ਨੇ ਇਸ ਗੱਲ 'ਤੇ ਦੁਖੀ ਨੇ। ਮੋਦੀ ਕਹਿੰਦੇ ਸੀ 2 ਕਰੋੜ ਜਿਹੜੀਆਂ ਨੌਕਰੀਆਂ ਅਸੀਂ ਦਿਆਂਗੇ, 2 ਕਰੋੜ ਤੱਕ ਹੀ 17 ਕਰੋੜ ਨੌਕਰੀਆਂ ਤਾਂ ਇਹ ਖਾ ਗਏ ਡਿਊਰਿੰਗ ਲੋਕਡਾਊਨ ਪੀਰੀਅਡ। ਔਰ ਕਿੰਨੀਆਂ ਫੈਕਟਰੀਆਂ ਬੰਦ ਹੋ ਗਈਆਂ, ਕਿੰਨਾ ਕੁਛ ਬੰਦ ਹੋ ਗਿਆ। ਲੋਕਾਂ ਦੀ ਹਾਲਾਤ ਕੀ ਹੈ? ਮੋਦੀ ਸਾਹਿਬ ਨੂੰ ਇੰਨੀਆਂ ਪੈਨਸ਼ਨਾਂ ਮਿਲਦੀਆਂ ਪਈਆਂ, MLA-ਸ਼ਿਪ ਦੀਆਂ ਪੈਨਸ਼ਨਾਂ ਮਿਲਦੀਆਂ ਪਈਆਂ। ਜਦੋਂ ਉਹ CM ਰਹੇ ਨੇ ਉੱਥੇ ਗੁਜਰਾਤ ਦੇ ਵਿੱਚ, ਉਹਨਾਂ ਨੇ ਛੱਡੀਆਂ? ਜ਼ਰੂਰਤ ਕੀਤੀ ਹੈ? ਕਰਨਾ ਹਾਂ ਜ਼ਰੂਰਤ ਜਰਾ, ਬਿਲਕੁਲ ਨਹੀਂ ਕਰਨਗੇ ਜ਼ਰੂਰਤ। ਇਹ ਲੋਕਾਂ ਦਾ ਜਿਹੜਾ ਹੈ, ਇਹਨਾਂ ਦਾ ਜਿਹੜਾ ਪੰਜਾਬ ਵਿੱਚ ਅਕਾਲੀ ਦਲ ਦਾ ਭਵਿੱਖ ਕੀ ਹੋਏਗਾ? ਮੇਰੇ ਬੱਚੇ ਜੀਨ, ਪੰਜਾਬ ਦੇ ਵਿੱਚ ਅਕਾਲੀਆਂ ਦਾ ਭਵਿੱਖ ਜਿਹੜਾ ਇਸ ਵੇਲੇ ਮਜ਼ਦੂਰੀ ਜਾਂ ਮਜਬੂਰੀ ਆ, ਹੋਰ ਕੁਛ ਨਹੀਂ। ਇਹ ਇੱਕ ਜ਼ਰੂਰੀ ਗੱਲ ਹੋ ਗਈ ਹੈ। ਔਰ ਇਹ ਅਕਾਲੀਆਂ ਦਾ ਭਵਿੱਖ ਜਿਹੜਾ ਹੈ, ਉਹਨਾਂ ਨੇ ਆਪਣਾ ਜਿਹੜਾ ਭਵਿੱਖ ਆਪ ਖਰਾਬ ਕੀਤਾ, ਇਸ ਲਈ ਕੋਈ ਜ਼ਿੰਮੇਵਾਰ ਨਹੀਂ। ਅਗਰ ਜੇ ਕੋਈ ਜ਼ਿੰਮੇਵਾਰ ਹੈ ਤਾਂ ਤੁਸੀਂ ਦੇਖੋ ਪੰਥਕ ਅਕਾਲੀ ਦਲ, ਪੰਥਕ ਸਰਕਾਰ, ਕਿੰਨੇ ਪੰਥਕ ਅਕਾਲੀ ਦਲ ਨੇ, ਕਿੰਨੇ ਜਿਹੜਾ ਬਰਗਾੜੀ ਕਾਂਡ ਦੇ ਉੱਤੇ ਜਾਂ ਜਿਹੜੇ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਮਿਸ ਹੋਏ ਨੇ, ਨਹੀਂ ਲੱਭ ਰਹੇ, ਟਰੇਸ ਨਹੀਂ ਹੋ ਰਹੇ, ਜਾਂ ਜੋ ਵੀ ਹੈ ਜਿਸ ਤਰ੍ਹਾਂ ਵੀ ਆ ਉਹਨਾਂ ਦੀ ਗਿਣਤੀ ਦੇ ਵਿੱਚ ਕੋਈ ਵੀ ਗੜਬੜ ਹੈ ਜਾਂ ਕੁਛ ਵੀ ਹੈ, ਉਸ ਦੇ ਉੱਤੇ ਕਿੰਨੇ ਖਾਤਾ ਨਾਰਾ ਮਾਰਿਆ। ਹਰ ਕੋਈ ਆਪਣੀਆਂ ਰੋਟੀਆਂ ਚਮਕਾਉਣ ਦੀ ਖਾਤਰ ਬੈਠਾ ਹੈ। ਉਹ ਇਹ ਕਿਹੋ ਜਿਹੇ ਪੰਥਕ ਨੇ, ਇਸ ਲਈ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਕਾਲੀ ਹੁੰਦੇ ਸਨ, ਅੱਜ ਦੀ ਡੇਟ 'ਚੋਂ ਨਹੀਂ, ਅਜੋ ਜਿਉਂਦੀਆਂ ਲਾਸ਼ਾਂ ਰਹਿ ਗਈਆਂ ਨੇ। ਜਿਹੜੇ ਰਾਜਨੀਤਿਕ ਪੰਡਤ ਹੈਗੇ ਨੇ ਜਾਂ ਸੈਫੋਲੋਜਿਸਟ ਕਹਿ ਲਓ ਅੰਗਰੇਜ਼ੀ ਦੇ ਵਿੱਚ, ਉਹ ਕਹਿੰਦੇ ਨੇ ਕਿ ਅਕਾਲੀ ਦਲ ਨੇ ਜੋ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਹੈਗਾ ਉਹਦੇ ਨਾਲ ਆਪਣਾ ਫਰਦਰ ਜਿਹੜਾ ਨੁਕਸਾਨ ਹੋਣਾ ਸੀਗਾ ਉਹਦੇ ਤੋਂ ਉਹਨਾਂ ਦਾ ਬਚਾਅ ਹੋ ਗਿਆ। ਫਾਇਦਾ ਹੋਇਆ ਨਹੀਂ ਹੋਇਆ ਉਹ ਅਲੱਗ ਦੀ ਗੱਲ ਹੈ, ਲੇਕਿਨ ਜਿਹੜਾ ਫਰਦਰ ਨੁਕਸਾਨ ਹੋਣਾ ਸੀਗਾ ਉਹਦੇ ਤੋਂ ਬਚਾਅ ਹੋ ਗਿਆ। ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ, ਉਹਨਾਂ ਦਾ ਨੁਕਸਾਨ ਹੋਇਆ ਜਾਂ ਫਾਇਦਾ ਹੋਇਆ, ਲੇਕਿਨ ਮੈਂ ਇਸ ਚੀਜ਼ ਨਾਲ ਸਹਿਮਤ ਜ਼ਰੂਰ ਹਾਂ ਵੀ ਉਹਨਾਂ ਨੇ ਇਹ ਅਸਤੀਫਾ ਜਿਹੜਾ ਉਦੋਂ ਕਿਉਂ ਨਾ ਦਿੱਤਾ ਜਦੋਂ ਉਹਨਾਂ ਨੇ ਕੈਬਨਿਟ ਦੀ ਮੀਟਿੰਗ ਵਿੱਚ ਇਸ ਦੀ ਜਿਹੜੀ ਇਹ ਖਿਚੜੀ ਬਣਾਈ ਜਾ ਰਹੀ ਸੀ। ਉਹ ਕਹਿੰਦੇ ਅਸੀਂ ਸਮਝਾਉਂਦੇ ਰਹੇ ਹਾਂ ਜਾ ਕੇ, ਕਦੀ ਅਸੀਂ ਨਰਿੰਦਰ ਸਿੰਘ ਤੋਮਰ ਦੇ ਨਾਲ ਵੀ ਮਿਲੇ ਹਾਂ, ਕਦੀ ਮੋਦੀ ਸਾਹਿਬ ਨੂੰ ਵੀ ਸਮਝਾਇਆ, ਅਲੱਗ-ਅਲੱਗ ਥਾਵਾਂ 'ਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸਮਝਾਇਆ ਅਸੀਂ।
ਜਾਂ ਇਹਨਾਂ ਦੀ ਸਮਝਦਾਰੀ 'ਚ ਕੋਈ ਕਮੀ ਖੋਟ ਰਹਿ ਗਈ, ਜਾਂ ਉਹਨਾਂ ਨੂੰ ਸਮਝਣ 'ਚ ਕੋਈ ਕਮੀ ਖੋਟ ਰਹਿ ਗਈ। ਜੇ ਇਹ ਪੰਜਾਬ ਦੇ ਲੋਕਾਂ ਨਾਲ ਗੱਲ ਕਰਦੇ ਤਾਂ ਅੱਜ ਇਹ ਜਿਹੜਾ ਅੰਦੋਲਨ ਸ਼ੁਰੂ ਹੋਇਆ ਇਹ 6 ਮਹੀਨੇ ਪਹਿਲਾਂ ਸ਼ੁਰੂ ਹੋ ਜਾਣਾ ਸੀ। ਸੋ ਦੋਸਤੋ, ਚਰਚਾ ਕਰਨਾ ਬੜਾ ਜ਼ਰੂਰੀ ਹੁੰਦਾ ਕਈ ਮੁੱਦਿਆਂ ਦੇ ਉੱਤੇ। ਆਰਡੀਨੈਂਸ ਜਿਹੜੇ ਆਉਂਦੇ ਪਏ ਨੇ, ਇਹ ਕਾਗਜ਼ ਜਿਹੜੇ ਭੱਟੀ ਸਾਹਿਬ ਨੇ ਹੱਥ ਦੇ ਵਿੱਚ ਫੜੇ ਹੋਏ ਨੇ, ਇਹ ਆਰਡੀਨੈਂਸ ਨੇ ਜਿਨ੍ਹਾਂ ਦੇ ਉੱਤੇ ਫਾਤਹਾ ਲਿਖ ਦਿੱਤਾ ਗਿਆ ਕਿਸਾਨਾਂ ਦਾ। ਇਹ ਕਹਿਣ ਦੇ ਵਿੱਚ ਮੈਨੂੰ ਜਰਾ ਵੀ ਗੁਰੇਜ਼ ਨਹੀਂ ਹੈਗਾ, ਕਿਉਂਕਿ ਕਿਸਾਨ ਜਿਹੜੇ ਹੈਗੇ ਨੇ ਜਦੋਂ ਧਰਨਿਆਂ 'ਤੇ ਜਾਂਦੇ ਨੇ ਉੱਥੇ ਜਾ ਕੇ ਜ਼ਹਿਰ ਖਾ ਕੇ ਉੱਥੇ ਹੀ ਮਰ ਜਾਂਦੇ ਪਏ ਨੇ। ਇਹ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੈਗੀ ਹੈ, ਜਾਂ ਕਿਸਾਨਾਂ ਦੇ ਹਾਲਾਤ ਜਿਹੜੇ ਬੱਤਰ ਕੀਤੇ ਜਾ ਰਹੇ ਨੇ ਆਰਡੀਨੈਂਸਾਂ ਨੂੰ ਲਿਆ ਕੇ, ਜਦ ਕਿ ਕਿਸਾਨ ਸਾਫ਼ ਤੌਰ 'ਤੇ ਕਹਿੰਦਾ ਪਿਆ ਕਿ ਸਾਨੂੰ ਇਹ ਆਰਡੀਨੈਂਸ ਨਹੀਂ ਚਾਹੀਦੇ। ਲੇਕਿਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਫ਼ ਤੌਰ 'ਤੇ ਇਹ ਕਹਿੰਦੇ ਨੇ ਕਿ ਤੁਹਾਡਾ ਫਾਇਦਾ ਕਰਨ ਜਾ ਰਹੇ ਹਾਂ। ਉਹ ਕਹਿੰਦੇ ਨੇ ਸਾਨੂੰ ਫਾਇਦਾ ਚਾਹੀਦਾ ਹੀ ਨਹੀਂ ਹੈਗਾ ਤੁਹਾਡੇ ਕੋਲੋਂ। ਇਹ ਜਿਹੜੀ ਜ਼ਿੱਦਬਾਜ਼ੀ ਹੈਗੀ ਹੈ, ਇਹ ਕਿਸ ਤਰ੍ਹਾਂ ਦਾ ਰੁਖ ਇਖਤਿਆਰ ਕਰੇਗੀ, ਇਹ ਆਉਣ ਵਾਲਾ ਵਕਤ ਦੱਸੇਗਾ, ਕਿਉਂਕਿ ਨੌਜਵਾਨ ਕਹਿੰਦੇ ਪਏ ਨੇ ਕਿ ਅਸੀਂ ਹਥਿਆਰ ਚੁੱਕ ਲਵਾਂਗੇ। ਕੈਮਰਾ ਪਰਸਨ SK ਦੇ ਨਾਲ ਮੈਂ ਸੀਗਾ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।